ਹਾਂਜੀ ਦੋਸਤੋ, ਕਿੱਦਾਂ ਹੋ ਸਾਰੇ? ਫਿਰ ਠੀਕ ਹੋ? ਹੁਣ ਤੁਸੀਂ ਦੇਖਿਆ ਹੈ ਪੰਜਾਬੀ ਦੇ 2 ਲੈਕਚਰਸ ਆ ਚੁੱਕੇ ਨੇ। ਕੱਲ ਆਇਆ ਸੀ ਇੱਕ ਅੱਜ ਮਾਰਨਿੰਗ ਆਇਆ ਤੇ ਇੱਕ ਹੁਣ ਆ ਰਿਹਾ ਅੱਜ। ਕਹਿਣ ਦਾ ਭਾਵ ਹੈ ਕਿ ਅੱਜ ਪੰਜਾਬੀ ਦੇ 3 ਲੈਕਚਰਸ ਆਣਗੇ। ਬਸ ਤੁਸੀਂ ਕੀ ਕਰਨਾ ਹੈ, ਵੀਡੀਓ ਦੇਖੀ ਜਾਣੀ ਹੈ ਤੇ ਆਪਣੀ ਪ੍ਰੈਕਟਿਸ ਕਰਦੀ ਜਾਣੀ ਹੈ। ਕਿਉਂ? ਆਪਣੇ ਕੋਲ ਟਾਈਮ ਬਹੁਤ ਥੋੜਾ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ, ਸਵੇਰੇ ਕੱਲ ਤੁਹਾਡੀ ਆਈ ਸੀ ਇੱਕ ਵੀਡੀਓ ਪੰਜਾਬੀ ਦੀ ਸ਼ੁੱਧ ਦੀ, ਸਵੇਰੇ ਆਈ ਹੈ ਮੁਹਾਵਰੇ ਐਂਡ ਅਖਾਣ ਦੀ, ਅਤੇ ਹੁਣ ਆ ਰਹੀ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ। ਇੱਕ ਵੀਡੀਓ ਰਾਤ ਨੂੰ ਹੋਊਗੀ ਪੰਜਾਬੀ ਦੀ, ਉਹ ਮੈਂ ਹਲੇ ਨਹੀਂ ਦੱਸੂੰਗੀ ਕਿਹੜੀ ਆਊਗੀ, ਪਰ ਉਹ ਵੀ ਤੁਹਾਡਾ ਟੌਪਿਕ ਜਿਹੜਾ ਹੈ ਇਸ ਵਾਰ PTPSB ਐਗਜ਼ਾਮਸ 'ਚ ਆਊਗਾ। ਅਤੇ ਕੱਲ੍ਹ ਤੁਹਾਡੀ ਮਾਰਨਿੰਗ ਜੋ ਹੈ ਕਮਰਸ ਦੀ ਜਿਹੜੀ ਹੈ ਵੀਡੀਓ ਆਊਗੀ। ਠੀਕ ਹੈ, ਸੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਲੈਕਚਰ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹੈ, ਸਪੈਸ਼ਲੀ PTPSB ਦੇ ਐਗਜ਼ਾਮ ਨੂੰ ਟਾਰਗੇਟ ਕੀਤਾ ਹੋਇਆ ਅਤੇ ਮੈਨੂੰ ਲੱਗਦਾ ਇਹਦੇ ਵਿੱਚ 150 ਜਿਹੜੇ ਹੈ ਬਹੁਤੇ ਸ਼ਬਦਾਂ ਦੇ ਇੱਕ ਸ਼ਬਦ ਹੈ ਅਤੇ ਇਸ 'ਚੋਂ ਹੀ ਆਊਗਾ। ਸੋ ਧਿਆਨ ਨਾਲ ਪੜ੍ਹੀਏ। ਜੋ ਵਿਦਿਆ ਲੈਂਦਾ ਹੈ ਵਿਦਿਆਰਥੀ, ਜੋ ਵਿਦਿਆ ਪੜ੍ਹਾਉਂਦਾ ਹੈ ਅਧਿਆਪਕ, ਜੋ ਦਾਨ ਕਰਦਾ ਹੈ ਦਾਤਾ, ਜੋ ਝੂਠ ਬੋਲਦਾ ਹੈ ਝੂਠਾ, ਜੋ ਸਦਾ ਸੱਚ ਬੋਲਦਾ ਹੈ ਸੱਚਾ, ਜੋ ਸੇਵਾ ਕਰੇ ਸੇਵਕ, ਜੋ ਫੁੱਲ ਵੇਚੇ ਫੁੱਲ ਵਿਕਰੇਤਾ। ਇੱਕ ਗੱਲ ਹੋਰ, ਮੈਂ ਜਿਹਦੇ ਅੱਗੇ ਕੁਐਸਚਨ ਮਾਰਕ ਜਾਂ ਫਿਰ ਇੰਪੋਰਟੈਂਟ ਜਾਂ ਫਿਰ ਸਟਾਰ ਲਗਾਉਂਦੀ ਹਾਂ, ਮਤਲਬ ਕਿ ਉਹ ਕੋਮਨ ਨਹੀਂ ਹੁੰਦਾ, ਮਤਲਬ ਉਹ ਨੋਰਮਲੀ ਬੱਚੇ ਨੂੰ ਪਤਾ ਨਹੀਂ ਹੁੰਦਾ, ਇਸ ਕਰਕੇ ਉਹ ਰਿਪੀਟ ਕਰਨਾ ਹੁੰਦਾ, ਦੁਬਾਰਾ ਪੜ੍ਹਨਾ ਹੁੰਦਾ ਤਾਂ ਕਿ ਤੁਹਾਨੂੰ ਪੇਪਰ ਵਾਲੇ ਦਿਨ ਉਹ ਯਾਦ ਰਹੇ। ਜੋ ਕਾਨੂੰਨ ਬਣਾਏ ਕਾਨੂੰਨਕਾਰ, ਜੋ ਕਾਨੂੰਨ ਦੀ ਰਾਖੀ ਕਰੇ ਕਾਨੂੰਨ ਰਖਵਾਲਾ, ਜੋ ਰੋਗੀਆਂ ਦਾ ਇਲਾਜ ਕਰੇ ਡਾਕਟਰ, ਜੋ ਪਾਣੀ ਵਿੱਚ ਰਹੇ ਜਲਚਰ, ਜੋ ਧਰਤੀ 'ਤੇ ਰਹੇ ਭੂਚਰ ਕਿਉਂ? ਭੂਮੀ ਦੇ ਅਕੋਰਡਿੰਗ ਕਿਹਾ ਗਿਆ ਉਹਨਾਂ ਨੇ, ਹੈ ਨਾ, ਕਿਉਂਕਿ ਆਪਾਂ ਧਰਤੀ ਨੂੰ ਕੀ ਕਹਿੰਦੇ ਹਾਂ? ਭੂਮੀ। ਜੋ ਹਵਾ ਵਿੱਚ ਉੱਡੇ ਪੰਛੀ ਜਾਂ ਵਾਯੂਚਰ, ਜੋ ਘਰ ਬਣਾਏ ਨਿਰਮਾਤਾ, ਜੋ ਪੁਸਤਕਾਂ ਵੇਚੇ ਪੁਸਤਕ ਵਿਕਰੇਤਾ, ਜੋ ਪੁਸਤਕਾਂ ਪੜ੍ਹੇ ਪਾਠਕ, ਜੋ ਗਾਵੇ ਗਾਇਕ, ਜੋ ਨਾਚੇ ਨਾਚਕ, ਜੋ ਨੌਕਰੀ ਕਰੇ ਨੌਕਰ, ਜੋ ਸੰਗੀਤ ਦੇ ਸਾਧਨ ਵਜਾਵੇ ਵਾਦਕ। ਇੰਪੋਰਟੈਂਟ ਹੈ ਵੀ, ਜੋ ਸੰਗੀਤ ਦੇ ਸਾਧਨ ਵਜਾਵੇ ਵਾਦਕ, ਜੋ ਕਵਿਤਾ ਲਿਖੇ ਕਵੀ, ਜੋ ਚਿੱਤਰ ਬਣਾਏ ਚਿੱਤਰਕਾਰ, ਜੋ ਕਸੂਰ ਕਰੇ ਅਪਰਾਧੀ, ਜੋ ਚੋਰੀ ਕਰੇ ਚੋਰ, ਜੋ ਮੌਤ ਤੋਂ ਬਾਅਦ ਜੀਵੇ ਅਮਰ, ਜੋ ਹਮੇਸ਼ਾ ਲਈ ਰਹੇ ਸਥਾਈ, ਜੋ ਪਾਣੀ ਤੋਂ ਡਰਦਾ ਹੋਵੇ ਜਲਪੀਤ, ਜੋ ਕੰਮ ਤੋਂ ਕਤਰਾ ਹੋਵੇ ਆਲਸੀ, ਜੋ ਸਾਫ ਸੁਥਰਾ ਹੋਵੇ ਸੁਚੱਜਾ, ਜੋ ਤਰਕ ਕਰੇ ਤਰਕਕ, ਜੋ ਸਦਾ ਚੁੱਪ ਰਹੇ ਮੌਨੀ, ਜੋ ਦਿਲ ਤੋਂ ਨਿਰਮਲ ਹੋਵੇ ਪਵਿੱਤਰ, ਜੋ ਭਗਵਾਨ ਵਿੱਚ ਵਿਸ਼ਵਾਸ ਰੱਖੇ ਭਗਤ। ਅੱਗੇ, ਜੋ ਨਾਟਕ ਲਿਖੇ ਨਾਟਕਕਾਰ, ਜੋ ਭਾਸ਼ਣ ਦੇਵੇ ਵਕਤਾ, ਜੋ ਗੱਡੀ ਚਲਾਏ ਚਾਲਕ, ਜੋ ਰਾਜ ਕਰੇ ਰਾਜਾ, ਜੋ ਅੰਕ ਲਿਖੇ ਜਾਂ ਗਿਣਤੀ ਕਰੇ ਗਣਿਤੱਜ, ਜੋ ਇਲਾਜ ਕਰੇ ਪਰ ਜਾਦੂ ਨਾਲ ਤਾਂਤਰਿਕ। ਠੀਕ ਹੈ, ਜੋ ਵਿਗਿਆਨ ਦਾ ਵਿਦਵਾਨ ਹੋਵੇ ਵਿਗਿਆਨੀ, ਜੋ ਭਾਸ਼ਾ ਬਾਰੇ ਗਿਆਨ ਰੱਖੇ ਭਾਸ਼ਾਵਿਦ, ਜੋ ਤੀਰ ਅੰਦਾਜ਼ੀ ਕਰੇ ਤੀਰਅੰਦਾਜ਼। ਅੱਗੇ, ਜੋ ਸਮਰਪਿਤ ਜੀਵਨ ਜੀਵੇ ਸੰਨਿਆਸੀ, ਜੋ ਪੂਜਾ ਕਰੇ ਪੁਜਾਰੀ, ਜੋ ਰੰਗਾਂ ਬਾਰੇ ਵਿਸ਼ੇਸ਼ ਗਿਆਨ ਰੱਖੇ ਵਰਣਵਿਦ, ਜੋ ਅੱਖਰਾਂ ਨੂੰ ਲਿਖੇ ਜਾਂ ਛਾਪੇ ਲਿਪੀਕਾਰ, ਜੋ ਤਾਰੀਖਾਂ ਅਤੇ ਪੁਰਾਤਨ ਘਟਨਾਵਾਂ ਬਾਰੇ ਵਿਸ਼ੇਸ਼ ਗਿਆਨ ਰੱਖੇ ਇਤਿਹਾਸਕਾਰ, ਜੋ ਰੋਗੀਆਂ ਦੀ ਸੇਵਾ ਕਰੇ ਨਰਸ, ਜੋ ਚਿੰਤਾ ਕਰੇ ਚਿੰਤਕ, ਜੋ ਗਹਿਰੀ ਦਿਲਚਸਪੀ ਨਾਲ ਵਿੱਦਿਆ ਹਾਸਲ ਕਰੇ ਗਿਆਨ ਲੋਭੀ। ਇੰਪੋਰਟੈਂਟ, ਜੋ ਸੈਨਾ ਵਿੱਚ ਕੰਮ ਕਰੇ ਸੈਨਿਕ। ਦੇਖੋ 50 ਹੋ ਗਏ, 51 ਅਤੇ ਹੁਣ ਆਪਣੇ ਸਿਰਫ ਔਰ ਸਿਰਫ 100 ਹੋਰ ਰਹਿ ਗਏ। ਜੋ ਰਾਜਨੀਤੀ ਵਿੱਚ ਹੋਵੇ ਰਾਜਨੀਤੱਗ, ਜੋ ਖੇਡ ਵਿੱਚ ਨਿਪੁੰਨ ਹੋਵੇ ਖਿਡਾਰੀ, ਜੋ ਗੀਤ ਲਿਖੇ ਗੀਤਕਾਰ, ਜੋ ਦਿਲੋਂ ਭਲਾ ਹੋਵੇ ਭਲਮਨਸ਼ਾ। ਇੰਪੋਰਟੈਂਟ, ਜੋ ਧੋਖਾ ਦੇਵੇ ਧੋਖੇਬਾਜ਼, ਜੋ ਰਾਸ਼ਟਰ ਨਾਲ ਪ੍ਰੇਮ ਕਰੇ ਰਾਸ਼ਟਰ ਭਗਤ, ਜੋ ਦਲੇਰੀ ਦਿਖਾਏ ਦਲੇਰ, ਜੋ ਹਮੇਸ਼ਾ ਇੱਕੋ ਜਿਹਾ ਹੋਵੇ ਅਟਲ, ਮਤਲਬ ਉਹ ਆਪਣੇ ਕੰਮ 'ਚ ਅਟਲ ਹੈ, ਇੱਕੋ ਹੀ ਜਿਹਾ ਹੈ, ਜੋ ਕਿਸੇ ਉਦੇਸ਼ ਲਈ ਜੀਵੇ ਉਦੇਸ਼ਪੂਰਨ। ਅੱਗੇ, ਜੋ ਮਾਪ ਕਰੇ ਮਾਪਕ, ਜੋ ਨਚਾਵੇ ਨਚਵਾਉਣਹਾਰ, ਜੋ ਕਿਤਾਬ ਲਿਖੇ ਲੇਖਕ, ਜੋ ਛਾਪੇ ਕਿਤਾਬ ਨੂੰ ਉਹ ਹੁੰਦਾ ਪ੍ਰਕਾਸ਼ਕ, ਜੋ ਕਿਤਾਬਾਂ ਸੰਭਾਲੇ ਪੁਸਤਕਾਲਾ, ਜੋ ਮਾਨਸਿਕ ਤਣਾਅ ਨਾਲ ਜੀਵੇ ਚਿੰਤਾਗ੍ਰਸਤ। ਇੰਪੋਰਟੈਂਟ, ਜੋ ਆਪਣੇ ਵਚਨ ਦਾ ਪੱਕਾ ਹੋਵੇ ਵਚਨਬੱਧ, ਜੋ ਸਭ ਨੂੰ ਸਮਾਨ ਸਮਝੇ ਨਿਰਪੱਖ, ਜੋ ਨੈਤਿਕ ਸਿਧਾਂਤਾਂ ਉੱਤੇ ਟਿਕਿਆ ਹੋਵੇ ਸਿਧਾਂਤਵਾਦੀ, ਜੋ ਭੁੱਖਾ ਨੰਗਾ ਹੋਵੇ ਗਰੀਬ। ਉਸ ਤੋਂ ਬਾਅਦ, ਜੋ ਰੋਜ਼ ਮਿਹਨਤ ਕਰਕੇ ਖਾਏ ਮਜ਼ਦੂਰ, ਜੋ ਗੱਲ ਨਾ ਮੰਨੇ ਜਿੱਦੀ, ਜੋ ਸਦਾ ਵਿਸ਼ਵਾਸਯੋਗ ਹੋਵੇ ਵਫਾਦਾਰ, ਜੋ ਗੁੱਸੇ ਵਿੱਚ ਰਹੇ
ਕ੍ਰੋਧੀ ਜੋ ਹਰ ਦਿਨ ਹੁੰਦਾ ਹੈ। ਦੈਨਿਕ ਜੋ ਦਿਲ ਤੋਂ ਨਰਮ ਹੋਵੇ। ਕੋਮਲ ਦਿਲੀ ਜੋ ਨੀਤ ਨਵਾਂ ਹੋਵੇ, ਨਵੀਕਰਨਯੋਗ ਇੰਪੋਰਟੈਂਟ ਜੋ ਦਿਲੋਂ ਤਿੱਖੀ ਹੋਵੇ। ਦੁਖਦਾਇਕ ਜੋ ਭੈ ਦੇਣ ਵਾਲਾ ਹੋਵੇ। ਭਿਆਵਹ ਜੋ ਦੂਜਿਆਂ ਲਈ ਉਪਯੋਗੀ ਹੋਵੇ। ਉਪਕਾਰਕ। ਠੀਕ ਹੈ। ਅੱਗੇ ਜੋ ਆਪਣੇ ਉੱਤੇ ਨਿਯੰਤਰਣ ਰੱਖੇ। ਸੰਯਮੀ ਜੋ ਆਪਣੇ ਅਧੀਨ ਨਾ ਹੋਵੇ। ਆਤਮ ਨਿਰਭਰ ਜੋ ਬੋਲਣ ਵਿੱਚ ਤਿੱਖਾ ਹੋਵੇ। ਕਟੁਵਾਕੀ ਜੋ ਸੱਚਾਈ ਲਈ ਲੜੇ। ਸੱਚਾਈ ਰਥੀ ਇੰਪੋਰਟੈਂਟ ਜੋ ਦੋਹਾਂ ਪਾਸਿਆਂ ਤੋਂ ਸੁਣੇ। ਨਿਰਣਾਇਕ ਜੋ ਸ਼ਬਦਾਂ ਨੂੰ ਚੁਸਤ ਢੰਗ ਨਾਲ ਲਿਖੇ। ਸੁਲੇਖਕ ਜੋ ਪੜ੍ਹਨ ਲਿਖਣ ਵਿੱਚ ਰੁਚੀ ਰੱਖੇ। ਵਿਦਿਆਰਥੀ ਪਾਠਕ ਜੋ ਸੰਸਕਾਰਵਾਨ ਹੋਵੇ। ਸੰਸਕਾਰਸ਼ੀਲ ਜੋ ਧੀਰਜ ਧਾਰੇ ਹੋਈ ਹੋਵੇ। ਧੀਰਜਵਾਨ ਜੋ ਅਨੁਕੂਲ ਹੋਵੇ। ਅਨੁਕੂਲਤਾਵਾਦੀ ਇਹ ਵੀ ਇੰਪੋਰਟੈਂਟ ਸੀ। ਉਸ ਤੋਂ ਬਾਅਦ ਜੋ ਨੈਤਿਕ ਗਿਰਾਵਟ ਵਾਲਾ ਹੋਵੇ। ਅਧਰਮੀ ਜੋ ਸ਼ਬਦਾਂ ਨਾਲ ਖੇਡੇ। ਸ਼ਬਦ ਕਲਾਕਾਰ ਜੋ ਆਦਰ ਦੇਵੇ। ਆਦਰਸ਼ੀਲ ਜੋ ਆਰਾਮ ਦੇਵੇ। ਆਰਾਮਦਾਇਕ ਜੋ ਸਾਫ਼ ਤਰਕ ਕਰੇ। ਤਰਕਸ਼ੀਲ ਜੋ ਥੋੜ੍ਹੇ ਵਿੱਚ ਹੀ ਖੁਸ਼ ਰਹੇ। ਸੰਤੁਸ਼ਟ ਜੋ ਹਰ ਕਿਸੇ ਦੀ ਮਦਦ ਕਰੇ। ਸਹਾਇਕ ਉਪਕਾਰੀ ਜੋ ਹਰ ਕੰਮ ਵਿੱਚ ਹੁਨਰਮੰਦ ਹੋਵੇ। ਕੁਸ਼ਲਕਾਰ ਇੰਪੋਰਟੈਂਟ ਜੋ ਭਲਾਈ ਕਰਨ ਵਾਲਾ ਹੋਵੇ। ਉਪਕਾਰਕ ਜੋ ਗੁਣਾਂ ਨਾਲ ਭਰਪੂਰ ਹੋਵੇ। ਗੁਣਵਾਨ। ਉਸ ਤੋਂ ਬਾਅਦ ਜੋ ਸਿੱਧਾ ਅਤੇ ਸਾਫ਼ ਹੋਵੇ। ਸਿੱਧਾ ਜਾਂ ਸਪੱਟ ਜੋ ਲਿਖਤਾਂ ਨੂੰ ਸੋਧੇ। ਸੰਪਾਦਕ ਜਾਂ ਕਾਨੂੰਨ ਦੀ ਪੜ੍ਹਾਈ ਕਰਦਾ ਹੋਵੇ। ਵਕੀਲ ਜੋ ਸ਼ਬਦਾਂ ਨੂੰ ਰੰਗੀਲੇ ਢੰਗ ਨਾਲ ਲਿਖੇ। ਕਲਾਤਮਕ ਲੇਖਕ ਜੋ ਸਧਾਰਨ ਜੀਵਨ ਜੀਵੇ। ਸਾਦਗੀ ਪਸੰਦ ਜੋ ਮੂੰਹ ਫੱਟ ਹੋਵੇ। ਬੇਲਾਗ ਵੈਰੀ ਇੰਪੋਰਟੈਂਟ ਜੋ ਸਾਫ਼ ਸੁਥਰਾ ਹੋਵੇ। ਸੁਲੇਖਕ ਜੋ ਕਮਜ਼ੋਰ ਹੋਵੇ। ਦੁਰਬਲ ਜੋ ਤਕੜਾ ਤੇ ਹਿੰਮਤੀ ਹੋਵੇ। ਬਲਵਾਨ ਜੋ ਲੀਕ ਤੋਂ ਹਟ ਕੇ ਸੋਚੇ। ਨਵੀਨ ਚਿੰਤਕ ਜੋ ਹਰ ਸਮੇਂ ਨਵੀਂ ਸੋਚ ਰੱਖੇ। ਨਵਚੇਤਨ ਜੋ ਦੂਜਿਆਂ ਦੀ ਗੱਲ ਸੁਣੇ ਅਤੇ ਸਵੀਕਾਰੇ। ਸਹਿਨਸ਼ੀਲ ਜੋ ਲਿਖਤਾਂ 'ਚ ਸਵੈ ਅਨੁਭਵ ਦੱਸੇ। ਆਤਮ ਕਥਾਕਾਰ ਇੱਕ ਗੱਲ ਹੋਰ, ਮੈਂ ਇਸ ਬਿਲਕੁਲ ਵੀ ਟਾਈਮ ਨਹੀਂ ਵੇਸਟ ਕਰ ਰਹੀ ਵੀਡੀਓ 'ਚ, ਤੁਸੀਂ ਆਰਾਮ ਨਾਲ ਸੁਣੋ। 10 ਮਿੰਟ ਦੀ ਵੀਡੀਓ ਵੱਧ ਤੋਂ ਵੱਧ ਹੋਊਗੀ। ਤੁਹਾਡੇ ਜਿਹੜੇ ਬਹੁਤੇ ਸ਼ਬਦਾਂ ਦਾ ਇੱਕ ਸ਼ਬਦ ਹੋ ਜਾਊਗਾ। ਵਿੱਚ ਮੈਂ ਕੁਛ ਆਪਣੀ ਨਹੀਂ ਮਾਰ ਰਹੀ, ਕਿਉਂ ਮੈਨੂੰ ਪਤਾ ਫਿਰ ਤੁਸੀਂ ਸਕਿਪ ਕਰ ਦਿਓ, ਇਸ ਕਰਕੇ ਸਿੱਧਾ ਆਪਾਂ ਕੰਮ ਤੋਂ ਕੰਮ ਰੱਖ ਰਹੇ ਹਾਂ। ਨੈਕਸਟ ਜੋ ਕਵਿਤਾ ਵਿੱਚ ਖੁਸ਼ੀ ਪ੍ਰਗਟਾਵੇ। ਆਨੰਦ ਕਵੀ ਜੋ ਜਨਮ ਤੋਂ ਹੀ ਕੁਝ ਜਾਣਦਾ ਹੋਵੇ। ਜਨਮ ਜਾਣਕਾਰ ਜੋ ਰੂਹਾਨੀ ਜੀਵਨ ਜੀਵੇ। ਅਧਿਆਤਮਕ ਅੱਗੇ ਜੋ ਹਮੇਸ਼ਾ ਨਕਾਰਾਤਮਕ ਸੋਚੇ। ਨਿਰਾਸ਼ਾਵਾਦੀ ਜੋ ਹਮੇਸ਼ਾ ਉਮੀਦ ਰੱਖੇ। ਆਸ਼ਾਵਾਦੀ ਜੋ ਪੱਥਰ 'ਤੇ ਕੰਮ ਕਰੇ। ਪੱਥਰਕਾਰ ਜੋ ਚੰਨ ਦੀ ਚਾਨਣ ਵਿੱਚ ਰਚਨਾਵਾਂ ਲਿਖੇ। ਚੰਦਨ ਚਿੰਤਕ ਇੰਪੋਰਟੈਂਟ ਜੋ ਰੋਜ਼ ਦੀ ਘਟਨਾ ਲਿਖੇ। ਦਿਨਚਰਿਆ ਲੇਖਕ ਜੋ ਸਰਕਾਰੀ ਕੰਮ ਕਰੇ। ਕਰਮਚਾਰੀ ਜੋ ਲੇਖਕਾਂ ਦੀ ਜ਼ਿੰਦਗੀ ਉੱਤੇ ਲਿਖੇ। ਜੀਵਨੀਕਾਰ ਅੱਗੇ ਜੋ ਘਟਨਾਵਾਂ ਨੂੰ ਕਵਿਤਾ ਰੂਪ ਵਿੱਚ ਲਿਖੇ। ਕਾਵਿਆਕਾਰ ਜੋ ਧਾਰਮਿਕ ਜੀਵਨ ਜੀਵੇ। ਧਾਰਮਿਕਵਾਦੀ ਜੋ ਸਮਾਜ ਲਈ ਜੀਵੇ। ਸਮਾਜ ਸੇਵੀ ਜੋ ਰਾਜੇ ਨੂੰ ਸਲਾਹ ਦੇਵੇ। ਮੰਤਰੀ ਇੰਪੋਰਟੈਂਟ ਜੋ ਆਪਣੇ ਭਾਵ ਪ੍ਰਗਟ ਕਰੇ ਕਲਾਤਮਕ ਢੰਗ ਨਾਲ। ਅਭਿਵੈ ਕੀ ਹੁੰਦਾ? ਅਭਿਵਿਅਕਤਕਾਰ ਠੀਕ ਹੈ, ਜੋ ਵੀ ਤੁਸੀਂ ਦੇਖ ਲਓ ਕੀ ਹੁੰਦਾ ਇਹ। ਜੋ ਮੌਨ ਰੱਖਣ ਵਾਲਾ ਹੋਵੇ। ਮੌਨਵ੍ਰਤੀ ਜੋ ਚੀਜ਼ਾਂ ਵੇਚੇ। ਵਿਕਰੇਤਾ ਇੰਪੋਰਟੈਂਟ ਅਤੇ ਜੋ ਖਰੀਦ ਕਰੇ। ਖਰੀਦਦਾਰ ਜੋ ਅਫਸੋਸ ਕਰੇ। ਪਛਤਾਵਾ ਕਰਨ ਵਾਲਾ ਆ। ਪਛਤਾਇਤ ਇਹ ਵੀ ਇੰਪੋਰਟੈਂਟ ਵਰਡ ਹੈ। ਨੈਕਸਟ ਜੋ ਮੌਜੂਦਾ ਘਟਨਾ ਉੱਤੇ ਲੇਖ ਲਿਖੇ। ਸੰਪਾਦਕੀ ਲੇਖਕ ਜੋ ਆਪਣੀ ਰਾਏ ਨਾ ਦੇਵੇ। ਨਿਰਵਿਕਾਰ ਜੋ ਖੁਦ ਨੂੰ ਹਮੇਸ਼ਾ ਦੁਖੀ ਜਤਾਵੇ। ਦੁੱਖ ਪਸੰਦ ਜੋ ਤਣਾਅ ਤੋਂ ਦੂਰ ਹੋਵੇ। ਸ਼ਾਂਤ ਚਿੱਤ ਜੋ ਕੰਮ ਕਰਕੇ ਦਿਖਾਵੇ। ਕਰਮਸ਼ੀਲ ਔਰ ਕਰਮਠ ਜੋ ਘੁੰਮਣ ਦਾ ਸੌਖੀ ਹੋਵੇ। ਘੁਮੱਕੜ ਜੋ ਮਾਂ ਦੇ ਪੇਟ ਤੋਂ ਹੀ ਗਿਆਨੀ ਹੋਵੇ। ਜਨਮ ਗਿਆਨੀ ਜੋ ਸੱਚੀ ਦਿਲੀ ਭਾਵਨਾ ਨਾਲ ਪੂਜਾ ਕਰੇ। ਭਾਵਨਾਵਾਂ ਭਰਿਆ ਭਗਤ ਅੱਗੇ ਜੋ ਧਾਰਮਿਕ ਰਸਤਾ ਦਿਖਾਏ। ਗੁਰੂ ਜੋ ਰਾਜਨੀਤੀ ਵਿੱਚ ਚੁਸਤ ਹੋਵੇ। ਚੁਣਾਵੀ ਵਿਦਵਾਨ ਇੰਪੋਰਟੈਂਟ ਜੋ ਸਾਰੀ ਕਲਾਵਾਂ ਵਿੱਚ ਮਿਹਰਤ ਰੱਖੇ। ਸਰਵ ਕਲਾਵਿਦ ਜੋ ਭੂਤ ਭਵਿੱਖ ਦਾ ਗਿਆਨ ਰੱਖੇ। ਤ੍ਰਿਕਾਲਦਰਸ਼ੀ ਜੋ ਪੈਰਾਂ ਰਾਹੀਂ ਯਾਤਰਾ ਕਰੇ। ਪਦ ਯਾਤਰੀ ਪਦ ਦਾ ਮਤਲਬ ਪੈਰ ਜੋ ਆਦਰਸ਼ ਜੀਵਨ ਜਿਉਂਦਾ ਹੋਵੇ। ਆਦਰਸ਼ਵਾਦੀ ਜੋ ਭੈ ਨੂੰ ਜਿੱਤ ਲਵੇ। ਨਿਰਭੈ ਜੋ ਸਭ ਦੀ ਭਲਾਈ ਚਾਹੇ। ਸਰਵਹਿਤਕਾਰੀ ਜੋ ਦਿਲੋਂ ਦੂਜਿਆਂ ਦੀ ਕਦਰ ਕਰੇ। ਆਦਰਪੂਰਨ ਜੋ ਰੋਜ਼ਾਨਾ ਘਟਨਾਵਾਂ ਉੱਤੇ ਵਿਚਾਰ ਦੇਵੇ। ਵਿਚਾਰਕ ਇਹ ਦੇਖੋ ਤੁਹਾਨੂੰ ਸਾਰੇ ਹੀ ਇੰਪੋਰਟੈਂਟ ਸੀਗੇ। ਇਸ ਦੇ ਵਿੱਚ ਜਿਹੜੇ ਦੂਜੇ ਹੁੰਦੇ ਆ, ਕਾਮਨ ਹੁੰਦੇ ਆ, ਉਹ ਤੁਹਾਨੂੰ ਆਉਂਦੇ ਹੀ ਹੁੰਦੇ ਨੇ।
ਇਸ ਕਰਕੇ ਮੈਂ ਇਸ ਵਿੱਚ ਐਡ ਨਹੀਂ ਕਰੇ। ਜਿਵੇਂ ਕ੍ਰਿਤੱਗ, ਕ੍ਰਿਤੱਗਣ ਹੈ ਨਾ, ਆਸਤਕ, ਨਾਸਤਕ, ਇਹਨਾਂ ਦਾ ਮੀਨਿੰਗ ਤੁਹਾਨੂੰ ਪਤਾ ਹੁੰਦਾ ਵੀ ਕੀ ਹੁੰਦਾ। ਇਸ ਕਰਕੇ ਮੇਨ ਮੈਂ ਤੁਹਾਨੂੰ ਜਿਹੜੇ ਹੈ ਔਖੇ ਆ, ਜਿਹੜੇ ਤੁਸੀਂ ਕਦੇ ਸੁਣੇ ਵੀ ਨਹੀਂ ਹੁੰਦੇ, ਉਹ ਐਡ ਕਰੇ ਨੇ ਇਸ ਵਿੱਚ। ਬਸ ਆਹੀ ਸੀ ਦੋਸਤੋ 150 ਆਪਣੇ ਬਹੁਤੇ ਸ਼ਬਦਾਂ ਦਾ ਇੱਕ ਸ਼ਬਦ। ਧੰਨਵਾਦ।